ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਚੱਲ ਰਹੀ ਲੜੀਵਾਰ ਕਥਾ ਵਿੱਚ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਸਤਿਗੁਰੂ ਮਹਾਰਾਜ ਜੀ ਆਪਾਂ ਨੂੰ ਬਖਸ਼ਿਸ਼ ਕਰ ਰਹੇ ਹਨ। 51ਵਾਂ ਸ਼ਬਦ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ। ਸ੍ਰੀ ਰਾਗ ਮਹੱਲਾ ਤੀਜਾ। ਕਾਇਆ ਸਾਧੈ ਉਰਧ ਤਪ ਕਰੈ ਵਿਚੋਂ ਹਉਮੈ ਨਾ ਜਾਏ। ਸ੍ਰੀ ਰਾਗ ਤੀਸਰੇ ਪਾਤਸ਼ਾਹ ਫਰਮਾਉਂਦੇ ਨੇ, ਰਹਾਉ ਦੀਆਂ ਪੰਕਤੀਆਂ ਵਿੱਚ ਸ਼ਬਦ ਦਾ ਮੁੱਖ ਪ੍ਰਯੋਜਨ ਹੈ, ਸੁਣ ਮਨ ਮੇਰੇ ਭਜ ਸਤਿਗੁਰ ਸਰਣਾ। ਇਹ ਮੇਰੇ ਮਨਾ ਇਉਂ ਸੁਣ ਉਪਦੇਸ਼ ਗੁਰੂ ਦਾ। ਉਪਦੇਸ਼ ਸੁਣ ਕੇ ਸਤਿਗੁਰ ਦੀ ਸ਼ਰਨ ਵਿੱਚ ਪੈ ਕੇ ਪਰਮਾਤਮਾ ਦਾ ਭਜਨ ਕਰ। ਜਿਵੇਂ ਕਹਿੰਦੇ ਬਸ ਭੱਜ ਕੇ ਜਾ ਕੇ ਸ਼ਰਨ ਵਿੱਚ ਪੈ ਜਾ, ਹੋਰ ਕੋਈ ਚਾਰਾ ਨਹੀਂ। ਗੁਰ ਪ੍ਰਸਾਦੀ ਛੁਟਿਆ ਬਿਖ ਭਵਜਲ ਸ਼ਬਦ ਗੁਰ ਤਰਨਾ ਰਹਾਓ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਗੁਰਾਂ ਦੀ ਕਿਰਪਾ ਨਾਲ ਹੀ ਬਚੀਦਾ। ਜੇ ਬਚੀਦਾ ਗੁਰਾਂ ਦੇ ਉਪਦੇਸ਼ ਕਰਕੇ ਇਹ ਵਿਉ ਰੂਪ ਸੰਸਾਰ ਸਮੁੰਦਰ ਤੋਂ ਜੀਵ ਦਾ ਤਰਨਾ ਹੁੰਦਾ। ਜੇ ਉਪਦੇਸ਼ ਦੇ ਵਿੱਚ ਹੀ ਰਹੇ, ਸਮੁੰਦਰ ਦੇ ਵਿੱਚ ਜਾ ਕੇ ਜੇ ਸਮੁੰਦਰੀ ਜਹਾਜ਼ ਦੇ ਵਿੱਚੋਂ ਕਿਤੇ ਬਾਹਰ ਨਿਕਲ ਕੇ ਡਿੱਗ ਪਵੇ ਸਮੁੰਦਰ ਵਿੱਚ, ਫਿਰ ਡੁੱਬਣਾ ਹੀ ਹੁੰਦਾ। ਕਿੰਨੀ ਔਖਿਆਈ ਤੰਗੀ ਹੋਵੇ, ਜਹਾਜ਼ ਦੇ ਵਿੱਚ ਹੀ ਰਹੇ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਆਪਾਂ ਨੂੰ ਚਾਹੀਦਾ ਕਿ ਆਪਾਂ ਉਪਦੇਸ਼ ਦੇ ਦਾਇਰੇ ਦੇ ਵਿੱਚ ਹੀ ਰਹੀਏ, ਕਿਉਂਕਿ ਜਦੋਂ ਗੁਰੂ ਸਾਹਿਬ ਦੀ ਸਿਆਣਪ ਬੁੱਧੀ ਮਤ ਗੁਰਮਤ ਆਪਾਂ ਲੈਂਦੇ ਆ, ਉਦੋਂ ਤਾਂ ਆਪਾਂ ਨੂੰ ਦਾਇਰੇ ਵਿੱਚ ਰਹਿ ਕੇ ਤਰਨ ਦਾ ਬਹੁਤ ਸੌਖਾ ਢੰਗ ਤਰੀਕਾ ਮਿਲ ਜਾਂਦਾ। ਜਦੋਂ ਆਪਾਂ ਕਿਸੇ ਹੋਰ ਦੇ ਆਖੇ ਲੱਗ ਕੇ ਆਪਣੀ ਮਤ ਨੂੰ ਕੁਮਤ ਵਿੱਚ ਬਦਲ ਕੇ ਦੂਜੇ ਪਾਸੇ ਲੱਗ ਜਾਂਦੇ ਆ, ਉਦੋਂ ਤਰਨਾ ਬਹੁਤ ਔਖਾ ਹੁੰਦਾ। ਦੁਨੀਆ ਵਿੱਚ ਕੋਈ ਵੀ ਬੰਦਾ ਆਪਾਂ ਨੂੰ ਹੁਣ ਕਹਿ ਦੇਵੇ ਕਿ ਰੱਬ ਨਾਮ ਜਪਣ ਨਾਲ ਨਹੀਂ ਮਿਲਦਾ। ਸਤਿਗੁਰੂ ਕਹਿੰਦੇ ਹੋਰ ਜਿੰਨੇ ਸਾਧਨ ਬੰਦਿਆਂ ਦੇ ਬਣਾਏ ਹੋਏ ਨੇ, ਕਿਹੜੇ ਸਾਧਨ ਜਿਨ੍ਹਾਂ ਕਰਕੇ ਇਨਸਾਨ ਤਰ ਨਹੀਂ ਸਕਿਆ ਪਿਛਲੇ ਯੁੱਗਾਂ ਵਿੱਚ। ਕਾਇਆ ਸਾਧੈ ਉਰਧ ਤਪ ਕਰੈ। ਚਾਹੇ ਕਿੰਨੇ ਕਠਨ ਔਖੇ ਜਿਹੜੇ ਜਪ ਤਪ ਸੰਜਮ ਨੇ, ਸਾਧਨ ਕਰਕੇ ਕਾਇਆ ਸਰੀਰ ਨੂੰ ਜਿਹੜਾ ਸਾਧ ਲਵੇ, ਖਿੱਚ ਕੇ ਸਰੀਰ ਨੂੰ ਬਿਲਕੁਲ ਹੱਡੀਆਂ ਨਿਕਲ ਆਉਣ, ਪਤਲਾ ਹੋ ਜਾਵੇ, ਕਾਇਆ ਨੂੰ ਸਾਧਦਾ ਹੀ ਰਹੇ। ਨੇਤੀ ਧੋਤੀ ਕਰਮ ਕਰਕੇ 5-5 ਕਿਲੋ ਪਾਣੀ ਕੋਸਾ ਜਾ ਕਰਕੇ ਲੂਣ ਵਾਲਾ ਉਹ ਪੀ ਲੈਂਦੇ ਨੇ, ਬਾਹਰ ਕੱਢ ਦਿੰਦੇ ਨੇ। ਪੱਟੀ ਜੀ ਦਾ ਸਾਧਨ ਕਰਦੇ ਨੇ, ਇੱਕ ਨੱਕ ਰਾਹੀਂ ਪਾਣੀ ਬਾਹਰ ਕੱਢ ਦੇਣੇ, ਨੇਤੀ ਧੋਤੀ ਕਹਿੰਦੇ ਨੇ। ਸਰੀਰ ਦੀ ਸਾਧਨਾ ਕਰਨੀ, ਸਰੀਰ ਦੀ ਸਾਧਨਾ ਕਰਕੇ ਫਿਰ ਉਹ ਲੋਕ ਜਿਹੜੇ ਨੇ ਤਪ ਕਰਦੇ ਨੇ। ਸਿਰ ਹੇਠਾਂ ਕਰ ਲੈਣਾ, ਪੁੱਠੇ ਲਟਕ ਜਾਣਾ, ਉਰਧ ਤਪ ਕਰੈ। ਬਾਹਾਂ ਉਰਧ ਕਰਨੀਆਂ, ਉੱਚੀਆਂ ਬਾਹਾਂ ਕਰਕੇ ਤਪ ਕਰੇ। ਇਹ ਜਿਹੜੇ ਕਰਮ ਜਾਂ ਸਾਧਨਾ ਕਰਨ ਨਾਲ ਮਨ ਦੇ ਵਿੱਚੋਂ ਹਉਮੈ ਦੀ ਮੈਲ ਨਹੀਂ ਜਾਂਦੀ ਇਨਸਾਨ ਦੇ। ਕਿਉਂਕਿ ਦੇਖਣ ਵਾਲੀ ਗੱਲ ਇਹ ਹੈ ਕਿ ਜਿੰਨਾ ਵੀ ਇਨਸਾਨ ਔਗੁਣਾਂ ਦਾ ਭਰਿਆ ਹੋਵੇ, ਉਨੀ ਉਹਦੇ ਵਿੱਚ ਹਉਮੈ ਜ਼ਿਆਦਾ ਹੁੰਦੀ ਹੈ। ਤੇ ਜਿੰਨੀ ਸਤਿਗੁਰੂ ਦੇ ਅੰਦਰ ਗੁਣ ਨੇ, ਸ਼ੁਭ ਗੁਣ ਨੇ ਸਤਿਗੁਰਾਂ ਦੇ ਅੰਦਰ, ਸਤਿਗੁਰੂ ਜੀ ਦੇ ਅੰਦਰ ਸਭ ਤੋਂ ਵੱਧ ਨਿਮਰਤਾ ਹੈ। ਤਿੰਨਾਂ ਲੋਕਾਂ ਵਿੱਚ ਇੰਨੀ ਨਿਮਰਤਾ ਕਿਤੇ ਵੀ ਨਹੀਂ ਮਿਲਣੀ ਜਿੰਨੀ ਸਤਿਗੁਰੂ ਦੇ ਵਿੱਚ ਨਿਮਰਤਾ ਹੈ। ਆਪਾਂ ਕਿੰਨੇ ਔਗੁਣਾਂ ਦੇ ਭਰੇ ਆ ਵੇਖ ਲਓ, ਪਰ ਸਤਿਗੁਰੂ ਕਹਿੰਦੇ ਸੰਗਤ ਵੱਡੀ ਹੈ। ਸਤਿਗੁਰੂ ਕਦੇ ਸਿੱਖਾਂ ਦਾ ਇੰਨਾ ਸਤਿਕਾਰ ਕਰਦੇ ਨੇ, ਸਿੰਘਾਂ ਦਾ ਕਰਦੇ ਨੇ। ਕਈ ਵਾਰ ਤਾਂ ਆਪ ਨੂੰ ਵੀ ਇੰਨੀ ਸ਼ਰਮ ਆਉਂਦੀ ਵੀ ਆਪਾਂ ਦੇਖੋ ਇੰਨੀ ਔਗੁਣਾਂ ਦੇ ਭਰੇ ਆ, ਫਿਰ ਵੀ ਆਪਾਂ ਕਿੰਨੇ ਹਉਮੈ ਦੇ ਵਾਕ ਕਰਦੇ, ਹਉਮੈ ਬੋਲੀ ਜਾਂਦੇ, ਹਉਮੈ ਦੇ ਭਜਨ ਕਰਦੇ। ਸਤਿਗੁਰੂ ਇੰਨਾ ਕੁਝ ਕਰਨ ਤੋਂ ਬਾਅਦ ਵੀ ਕਹਿੰਦੇ ਨੇ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਏ ਹੋਈ। ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਹ ਸੇ ਗਰੀਬ ਕਰੋੜ ਪਰੇ। ਇਹ ਜਿਹੜੀ ਸਤਿਗੁਰੂ ਮਹਾਰਾਜ ਤੋਂ ਆਪਾਂ ਨੇ ਇੱਕ ਵੱਡੀ ਚੀਜ਼ ਲੈਣੀ ਸੀ। ਕਿੱਥੇ ਇੰਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੈ ਕੇ ਇੱਕ ਓੰਕਾਰ ਤੋਂ 18, 10, 20 ਤੱਕ ਇੱਕ ਵੀ ਕੋਈ ਔਗਣ ਨਹੀਂ ਕੱਢ ਸਕਦਾ। ਗੁਣਾਂ ਦਾ ਸਮੁੰਦਰ ਹੈ ਸਤਿਗੁਰੂ, ਫੇਰ ਵੀ ਗੁਰਾਂ ਵਿੱਚ ਇੰਨੀ ਨਿਮਰਤਾ। ਇੱਕ ਪਾਸੇ ਸਾਡੇ ਸਰੀਰ ਦੇ ਪੈਰਾਂ ਤੋਂ ਲੈ ਕੇ ਸਿਰ ਤੱਕ ਔਗਣੀ ਔਗਣ ਭਰੇ ਹੋਏ ਨੇ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਸਾਡੇ ਅੰਦਰ ਅਤੀ ਬਹੁਤ ਉੱਚੀ ਹਉਮੈ ਹੀ ਹਉਮੈ ਭਰੀ ਹੋਈ ਹੈ।
ਹੁਣ ਸਤਿਗੁਰੂ ਮਹਾਰਾਜ ਕਹਿੰਦੇ ਨੇ, ਪਿਆਰਿਓ ਮੇਰੇ ਕੋਲੋਂ ਸਿੱਖ ਲਓ। ਕਹਿੰਦੇ ਸਤਿਗੁਰੂ ਕਹਿੰਦੇ ਤੁਸੀਂ ਮੈਥੋਂ ਸਿੱਖੋ। ਸਾਡੇ ਅੰਦਰ ਕਿੰਨੀ ਨਿਮਰਤਾ, ਗੁਰਾਂ ਦੇ ਇਤਿਹਾਸ ਨੂੰ ਸੁਣ ਕੇ, ਗੁਰਾਂ ਦੀਆਂ ਸਾਖੀਆਂ ਸੁਣ ਕੇ ਆਪਣੇ ਅੰਦਰ ਆਪਾਂ ਨਿਮਰਤਾ ਨੂੰ ਪੈਦਾ ਕਰੀਏ। ਅਧਿਆਤਮ ਕਰਮ ਜੇ ਕਰੇ ਨਾਮ ਨਾ ਕਬਹੀ ਪਾਏ। ਅਧਿਆਤਮ ਕਰਮ ਤਿੰਨ ਆਤਮਾ ਨੇ, ਇੱਕ ਤਾਂ ਹੈ ਗੌਣ ਆਤਮਾ, ਇੱਕ ਹੈਗੀ ਹੈ ਮਿਥਿਆ ਆਤਮਾ, ਇੱਕ ਹੈਗੀ ਮੁੱਖ ਆਤਮਾ। ਗੌਣ ਆਤਮਾ ਤਾਂ ਆਪਣੇ ਸੰਬੰਧੀ ਸਾਰੇ ਜਿਹੜੇ ਨੇ ਗੌਣ ਆਤਮਾ ਹੈ। ਮਿਥਿਆ ਆਤਮਾ ਸਾਡਾ ਸਰੀਰ ਹੈ। ਮੁੱਖ ਆਤਮਾ ਸਾਡੇ ਸਰੀਰ ਦੇ ਅੰਦਰ ਸਾਖੀ ਚੇਤਨ ਜੋ ਬ੍ਰਹਮ ਹੈ। ਜਿਹੜੇ ਬੰਦੇ ਗੌਣ ਆਤਮਾ ਜਾਂ ਮਿਥਿਆ ਵਾਸਤੇ ਕਰਮ ਕਰਦੇ ਨੇ ਉਹ ਪੁਰਸ਼ ਨਾਮ ਨੂੰ ਪ੍ਰਾਪਤ ਨਹੀਂ ਕਰ ਸਕਦੇ। ਇਹਨੂੰ ਕਹਿੰਦੇ ਅਧਿਆਤਮ ਕਰਮ ਕਰਨਾ। ਰਿਸ਼ਤੇਦਾਰਾਂ ਸੰਬੰਧੀਆਂ ਲਈ ਜਿਹੜਾ ਕੰਮ ਕਰਨਾ ਜਾਂ ਆਪਣੇ ਸਰੀਰ ਵਾਸਤੇ ਜਿਹੜਾ ਕਰਮ ਕਰਨਾ, ਇਹਦੇ ਨਾਲ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਨਾਮ ਦੀ ਪ੍ਰਾਪਤੀ ਹੁੰਦੀ ਆਪਾਂ ਅੰਤਰਾਤਮੇ ਜਾਣਾ ਆਪਣੇ। ਕਿਉਂਕਿ ਅੱਜ ਦੇ ਯੁੱਗ ਵਿੱਚ ਦੇਖਿਆ ਜਾਵੇ ਤਾਂ ਸਾਰੇ ਲੋਕ ਸਰੀਰ ਦੇ ਨਾਲ ਜ਼ਿਆਦਾ ਜੁੜੇ ਹੋਏ ਨੇ, ਰਿਸ਼ਤੇਦਾਰ ਨਾਲ ਜ਼ਿਆਦਾ ਜੁੜੇ ਹੋਏ ਨੇ, ਸੰਬੰਧੀਆਂ ਨਾਲ ਜ਼ਿਆਦਾ ਜੁੜੇ ਹੋਏ ਨੇ, ਦੋਸਤਾਂ ਨਾਲ ਜ਼ਿਆਦਾ ਜੁੜੇ ਹੋਏ ਨੇ। ਸਤਿਗੁਰੂ ਨੇ ਜਿਹੜੀ ਸਾਨੂੰ ਬਹੁਤ ਬਾਰੀਕੀ ਦੀ ਇੱਕ ਚੀਜ਼ ਸਮਝਾਈ ਸੀ, ਉਹ ਸੀ ਸਰੀਰ ਨੂੰ ਛੱਡ ਕੇ ਆਤਮਿਕ ਤੌਰ ਤੇ ਆਪਾਂ ਜ਼ਿੰਦਗੀ ਨੂੰ ਜਿਉਣਾ ਸੀ। ਪਰ ਆਤਮਿਕ ਤੌਰ ਤੇ ਜ਼ਿੰਦਗੀ ਜਿਉਣ ਦੀ ਬਜਾਏ ਸਾਰੇ ਜਾਣੇ ਜਿਹੜੀ ਹੈ ਜ਼ਿੰਦਗੀ ਦੂਸਰੇ ਪੱਖ ਦੀ ਜਿਉਈ ਜਾਂਦੇ ਨੇ। ਮਹਾਰਾਜ ਫਿਰ ਸਾਨੂੰ ਕਿਰਪਾ ਕਰਕੇ ਦੱਸੋ ਅਸੀਂ ਕੀ ਕਰੀਏ। ਗੁਰ ਕੈ ਸ਼ਬਦ ਜੀਵਤ ਮਰੈ, ਹਰ ਨਾਮ ਵਸੈ ਮਨ ਆਏ। ਕਹਿੰਦੇ ਗੁਰੂ ਸਾਹਿਬ ਦੇ ਉਪਦੇਸ਼ ਕਰਕੇ ਜਿਹੜਾ ਨਾ ਜੀਵਤ ਭਾਵ ਤੋਂ ਮਰ ਜਾਵੇ। ਜੀਵਤ ਭਾਵ ਗੁਰ ਕੈ ਸ਼ਬਦ ਜੀਵਤ ਮਰੈ, ਇਹ ਜਿਹੜਾ ਸਮਝਣਾ ਹੈ ਕਿ ਮੈਂ ਫਲਾਨਾ ਹਾਂ, ਮੇਰੀ ਫਲਾਨੀ ਜਾਤ ਹੈ, ਫਲਾਨਾ ਮੇਰਾ ਅਹੁਦਾ ਹੈ, ਫਲਾਨਾ ਮੇਰੇ ਕੋਲ ਆ ਹੈ, ਆਪਣੀ ਹਉਮੈ ਦਾ ਤਿਆਗ ਕਰਨਾ, ਆਪਣੇ ਆਪ ਵਿੱਚ ਖਤਮ ਹੋ ਜਾਣਾ। ਅਤੇ ਫਿਰ ਸਤਿਗੁਰੂ ਕਹਿੰਦੇ ਹਰੀ ਦਾ ਨਾਮ ਹਿਰਦੇ 'ਚ ਆ ਕੇ ਵਸਦਾ। ਜੇ ਗੁਰਾਂ ਦੇ ਉਪਦੇਸ਼ ਕਰਕੇ ਜੀਵਤ ਭਾਵ ਤੋਂ ਮਰ ਜਾਵੇ, ਆਪਣਾ ਆਪ ਖਤਮ ਕਰਨਾ ਆਪਾਂ ਨੇ। ਤੇ ਇਹ ਦੇਖ ਲਓ ਭਈ ਆਪਣਾ ਆਪ ਖਤਮ ਆਪਣੇ ਵਿੱਚੋਂ ਕਿੰਨਾ ਕੁ ਹੋਇਆ। ਉਲਟਾ ਆਪਣਾ ਆਪ ਸਾਡਾ ਅੱਗੇ ਨਾਲੋਂ ਜ਼ਿਆਦਾ ਉੱਭਰਿਆ। ਜਦੋਂ ਆਪਾਂ ਸਾਰੀ ਦੁਨੀਆ ਵੱਲ ਨਿਗਾਹ ਮਾਰਦੇ ਹਾਂ, ਉਹਦੇ ਵਿੱਚ ਅੱਗੇ ਨਾਲੋਂ ਕੋਈ ਹਉਮੈ ਘਟੀ ਨਹੀਂ ਹੋਈ। ਆਪਣੀ ਹਉਮੈ ਕੁਦਰਤੀ ਉਹ ਦਿਨੋਂ ਦਿਨ ਆਪਣੇ ਅੰਦਰ ਵੈਸੇ ਹੀ ਵੱਧਦੀ ਜਾ ਰਹੀ ਹੈ। ਨਾਲੇ ਇਹਨੇ ਔਗਣ ਨੇ, ਨਾਲੇ ਹਉਮੈ। ਸੁਣ ਮਨ ਮੇਰੇ ਭਜ ਸਤਿਗੁਰ ਸਰਨਾ। ਮਹਾਰਾਜ ਕਹਿੰਦੇ ਮੇਰਾ ਮਨਾ ਉਪਦੇਸ਼ ਲੈ ਕੇ ਸੁਣ ਕੇ ਦੌੜ ਕੇ ਗੁਰਾਂ ਦੀ ਸ਼ਰਨ ਵਿੱਚ ਪੈ ਜਾ। ਗੁਰਾਂ ਦੀ ਸ਼ਰਨ ਵਿੱਚ ਪੈ ਕੇ ਭਵਜਲ ਨੂੰ ਤਰਨ ਲਈ ਭਜਨ ਕਰ। ਅੱਜ ਦੇ ਯੁੱਗ ਦੇ ਵਿੱਚ ਜੇ ਵਿਚਾਰ ਕੇ ਦੇਖਿਆ ਜਾਵੇ, ਸੰਸਾਰ ਵਿੱਚ ਆਪਾਂ ਨੂੰ ਤਰਨ ਲਈ ਜਿਹੜੀ ਜ਼ਿਆਦਾ ਚੀਜ਼ ਦੀ ਲੋੜ ਹੈ, ਹੁਣ ਇਸ ਵਕਤ ਗਿਆਨ ਦੀ ਕਮੀ ਨਹੀਂ ਦੁਨੀਆ 'ਚ, ਬਹੁਤ ਬੇਅੰਤ ਪੜ੍ਹਾਈਆਂ ਹੋ ਰਹੀਆਂ ਨੇ। ਜੇ ਇਸ ਵਕਤ ਸਾਡੇ ਅੰਦਰ ਸਾਰਿਆਂ ਵਿੱਚ ਇੱਕ ਕਮੀ ਹੈ, ਉਹ ਹੈਗੀ ਸਿਮਰਨ ਦੀ ਕਮੀ। ਜਿੱਥੇ ਸਤਿਗੁਰੂ ਨੇ ਕਿਹਾ ਸੀ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਭਾਈ ਗੁਰਦਾਸ ਦੇ ਰਾਹੀਂ ਭਾਵੇਂ ਕਿਹਾ। ਪਰ ਬਚਨ ਇਹ ਹੈ ਕਿ ਜੇ ਆਪਾਂ ਨੇ ਇਸ ਹਉਮੈ ਦੀ ਨਿਵਰਤੀ ਨਾ ਕੀਤੀ, ਸਤਿਗੁਰੂ ਕਹਿੰਦੇ ਫਿਰ ਜੀਵ ਦਾ ਤਰਨਾ ਨਾ ਹੋਵੇਗਾ। ਇਹ ਮੁਸ਼ਕਲ ਬਣ ਜਾਣੀ ਆਪਣੇ ਲਈ। ਸਾਰੀਆਂ ਚੀਜ਼ਾਂ ਦਾ ਤਿਆਗ ਕਰਕੇ ਆਪਾਂ ਸਭ ਤੋਂ ਪਹਿਲਾਂ ਹਉਮੈ ਦਾ ਤਿਆਗ ਕਰਕੇ ਫਿਰ ਹੌਲੀ ਹੌਲੀ ਗੁਰਾਂ ਦੇ ਨਾਲ ਸਿਧਾਂਤਕ ਤੌਰ ਤੇ ਅੰਦਰੋਂ ਆਤਮਿਕ ਤੌਰ ਤੇ ਜੁੜਨਾ। ਜਿਵੇਂ ਸਤਿਗੁਰੂ ਕਹਿੰਦੇ ਨੇ 100% ਗੁਰਾਂ ਨੇ ਕੁਝ ਕਿਹਾ ਤਾਂ ਆਪਾਂ ਉਹਦੇ ਚੋਂ 1% ਵੀ ਕਮਾਈਏ। ਜੇ ਅੱਜ 1 ਕਮਾਇਆ, ਕੱਲ ਨੂੰ 2, ਪਰਸੋਂ 3, 4, ਵੱਧਦੇ ਹੌਲੀ ਹੌਲੀ ਆਪਾਂ ਗੁਰਾਂ ਦੇ ਉਪਦੇਸ਼ ਨੂੰ ਹੌਲੀ ਹੌਲੀ ਕਮਾਵਾਂਗੇ ਨਾ। ਜਿਹੜਾ ਗੁਰਾਂ ਦੇ ਉਪਦੇਸ਼ ਨੂੰ 1% ਵੀ ਕਮਾਉਂਦਾ ਹੈ, ਸਤਿਗੁਰੂ ਕਹਿੰਦੇ ਧੰਤਾ ਯੋਗ ਹੈ। ਚਲੋ ਸ਼ੁਰੂ ਤਾਂ ਹੋ ਗਿਆ, ਥੋੜਾ ਬਹੁਤ ਮੰਨੀ ਤਾਂ ਮੇਰੀ ਗੱਲ ਨੇ। ਜਿਹੜੇ ਬੰਦੇ ਨੇ ਅੱਗੇ ਗੱਲ ਨਹੀਂ ਮੰਨਣੀ, ਜਿਹਨੇ ਅੱਗੇ ਫਿਰ ਗੁਰਾਂ ਨੂੰ ਆਪਣੀ ਸਿਆਣਪ ਦੇਣ ਲੱਗ ਜਾਣੀ ਹੈ, ਉਹ ਬੰਦਾ ਫਿਰ ਜ਼ਿੰਦਗੀ ਸਤਿਗੁਰੂ ਕਦੇ ਕਾਮਯਾਬ ਨਹੀਂ ਹੁੰਦਾ। ਗੁਰ ਪ੍ਰਸਾਦੀ ਛੁਟੀਐ ਬਿਖ ਭਵਜਲ ਸ਼ਬਦ ਗੁਰ ਤਰਨਾ ਰਹਾਉ। ਗੁਰਾਂ ਦੀ ਕਿਰਪਾ ਨਾਲ ਹੀ ਛੁੱਟੀਦਾ। ਜਦੋਂ ਛੁੱਟੀਦਾ ਗੁਰਾਂ ਦੇ ਉਪਦੇਸ਼ ਕਰਕੇ ਜਿਹੜਾ ਵਿਉ ਰੂਪ ਸੰਸਾਰ ਸਮੁੰਦਰ ਹੈ, ਬਿਖ ਦਾ ਭਰਿਆ ਪਿਆ, ਬਿਖ ਵਿਸ਼ੇ ਵਿਕਾਰ, ਬਿਖ ਜ਼ਹਿਰਵਤ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਡੇ ਸਰੀਰ ਨੂੰ ਖਰਾਬ ਕਰਦੀਆਂ, ਨਸ਼ੇ ਆਦਿਕ, ਬਿਖ ਤੰਬਾਕੂ ਆਦਿਕ, ਬਿਖ ਨਿੰਦਿਆ, ਬਿਖ ਤ੍ਰਿਸ਼ਨਾ, ਬਿਖ ਮਾਇਆ,
ਇਹਦੇ ਵਿੱਚੋਂ ਤਰਨਾ ਕੋਈ ਸੌਖਾ ਨਹੀਂ। ਕਹਿੰਦੇ ਸ਼ਬਦ ਗੁਰ ਤਰਨਾ, ਸੰਸਾਰ ਸਮੁੰਦਰ ਚੋਂ ਜੇ ਤਰਨਾ ਹੈ ਸ਼ਬਦ ਦੇ ਆਸਰੇ ਤਰਨਾ। ਜਦੋਂ ਗੁਰੂ ਨਾਨਕ ਦੇਵ ਜੀ ਤੁਰੇ ਜਾ ਰਹੇ ਭਾਈ ਬਾਲਾ ਮਰਦਾਨਾ ਸਮੇਤ, ਅੱਗੇ ਸਮੁੰਦਰ ਆ ਗਿਆ। ਕਹਿੰਦੇ ਮਹਾਰਾਜ ਸਮੁੰਦਰ ਆ ਗਿਆ, ਰਸਤਾ ਤਾਂ ਇੱਥੇ ਖਤਮ ਹੋ ਗਿਆ। ਹੁਣ ਸਤਿਗੁਰੂ ਕਹਿੰਦੇ ਕੋਈ ਨਹੀਂ, ਵਾਹਿਗੁਰੂ ਵਾਹਿਗੁਰੂ ਕਰਦੇ ਤੁਰੇ ਆਓ, ਸਮੁੰਦਰ ਦੇ ਉੱਤੇ ਹੀ ਤੁਰ ਲੈਂਦੇ ਆ। ਸਤਿਗੁਰੂ ਵਾਹਿਗੁਰੂ ਵਾਹਿਗੁਰੂ ਸਾਰਿਆਂ ਨੂੰ ਕਰਾਇਆ, ਤੁਰਦੇ ਗਏ ਕਾਫੀ ਦੂਰ ਤੱਕ ਐਂ ਤੁਰਦੇ ਗਏ ਪਾਣੀ ਉੱਤੇ। ਇਹ ਹੁਣ ਅੱਜ ਦੇ ਯੁੱਗ ਦੀ ਗੱਲ ਨਹੀਂ ਮੰਨਣ ਵਾਲੀ। ਇਹ ਹੁਣ ਜੇ ਮੈਂ ਕਹਾਂ ਮੈਂ ਨਹੀਂ ਮੰਨਦਾ ਇਸ ਗੱਲ ਨੂੰ, ਤਾਂ ਗੁਰਬਾਣੀ 'ਚ ਲਿਖਿਆ ਹੋਇਆ। ਤੁਸੀਂ ਕਹੋ ਅਸੀਂ ਵੀ ਇਸ ਗੱਲ ਨੂੰ ਨਹੀਂ ਮੰਨਦੇ, ਇਹ ਗੱਲ ਨਾ ਮੰਨਣੇ ਯੋਗ ਹੈ। ਉਹ ਇਸ ਕਰਕੇ ਵੀ ਕਿਉਂਕਿ ਆਪਣੇ ਕੋਲ ਨਾਮ ਹੀ ਹੈ ਨਹੀਂ। ਜੇ ਸੰਗਤ ਵਿੱਚ ਕੋਈ ਬੰਦਾ ਬੈਠਾ, ਉਹਦੇ ਹਿਰਦੇ 'ਚ ਇੱਕੋ ਓਂਕਾਰ ਵਸਿਆ ਹੋਇਆ, ਹਲੋ ਉਹ ਤੁਹਾਨੂੰ ਪਾਣੀ ਦੇ ਉੱਤੇ ਵੀ ਤੁਰ ਕੇ ਦਿਖਾ ਸਕਦਾ। ਪਰ ਜਦ ਸਾਡੇ ਹਿਰਦੇ 'ਚ ਨਾਮ ਹੀ ਨਹੀਂ ਵਸਿਆ ਹੋਇਆ, ਮਹਾਰਾਜ ਕਹਿੰਦੇ ਗੁਰ ਕਾ ਬਚਨ ਵਸਿਆ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੈਵੈ, ਭਾਹੇ ਨਾ ਸਾਕੈ ਜਾਲੇ। ਪ੍ਰਹਿਲਾਦ ਜੀ ਨੂੰ ਦੇਖੋ, ਉੱਤੋਂ ਸਿੱਟਿਆ ਪਹਾੜ ਤੋਂ, ਰੂਹ ਦੇ ਗੋਹੜੇ ਬਣ ਗਏ। ਪਾਣੀ ਵਿੱਚ ਸੁੱਟਿਆ, ਡੁੱਬੇ ਹੀ ਨਹੀਂ। ਪਾਣੀ ਕਿੱਥੇ ਡੋਬਦਾ ਫਿਰ? ਪਾਣੀ ਪਰਮੇਸ਼ਰ ਦਾ ਨੌਕਰ ਜੋ ਹੋਇਆ। ਅੱਗ ਵਿੱਚ ਸੁੱਟਿਆ, ਅੱਗ ਨੇ ਸਾੜਿਆ ਹੀ ਨਹੀਂ। ਉਹਦੇ ਕਰਕੇ ਹੋਲੀ ਮਨਾਈ ਜਾਂਦੀ। ਪ੍ਰਹਿਲਾਦ ਜੀ ਨੂੰ ਜ਼ਹਿਰ ਦਿੱਤਾ, ਜ਼ਹਿਰ ਦਾ ਅਸਰ ਹੀ ਨਹੀਂ ਪਿਆ ਉਹਦੇ ਤੇ। ਪ੍ਰਹਿਲਾਦ ਜੀ ਨੂੰ ਤਲਵਾਰ ਨਾਲ ਕੱਟਿਆ, ਤਲਵਾਰ ਵਿੱਚ ਦੀ ਲੰਘ ਗਈ, ਤਲਵਾਰ ਨੇ ਕੱਟਿਆ ਹੀ ਨਹੀਂ। ਕੀ ਸੀਗਾ ਉਹਦੇ ਕੋਲੇ? ਉਹਦੇ ਕੋਲ ਸੀ ਮੇਰੀ ਪੱਟੀਆ ਲਿਖ ਦਿਓ ਸ੍ਰੀ ਗੋਪਾਲ। ਪ੍ਰਹਿਲਾਦ ਜੀ ਦੇ ਹਿਰਦੇ 'ਚ ਨਾਮ ਦਾ ਵਾਸਾ ਸੀ। ਜਿਸ ਇਨਸਾਨ ਦੇ ਹਿਰਦੇ 'ਚ ਨਾਮ ਦਾ ਵਾਸਾ ਹੈ ਉਹ ਨਹੀਂ ਡੁੱਬਦਾ। ਭਗਤ ਕਬੀਰ ਜੀ ਨੂੰ ਸੰਗਲੀਆਂ ਨਾਲ ਬੰਨ੍ਹ ਕੇ ਸੁੱਟ ਦਿੱਤਾ ਰਾਜੇ ਨੇ, ਸੰਗਲੀਆਂ ਟੁੱਟ ਗਈਆਂ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ। ਇਸ ਕਰਕੇ ਜਿਹੜੇ ਹੁਣ ਆਪਾਂ ਬਚਨ ਸੁਣ ਰਹੇ ਸੀ ਕਿ ਸਰਸਾ ਤੋਂ ਪਾਰ ਹੋਏ ਸੀ ਸਿੰਘ, ਬਹੁਤ ਸਾਰੇ ਰੁੜ ਗਏ ਸੀ। ਬਹੁਤੇ ਤੇ ਇਸ ਕਰਕੇ ਰੁੜ ਗਏ ਵੀ ਨਾਮ ਦਾ ਵਾਸਾ ਹਾਲੇ ਬਹੁਤਿਆਂ ਦੇ ਵਿੱਚ ਵੀ ਨਹੀਂ ਸੀਗਾ। ਪੂਰਨ ਪੁਰਖ ਜਿਹੜੇ 40 ਸੀ, ਚਮਕੌਰ ਦੀ ਗੜੀ 'ਚ ਲੜੇ, 40 ਦੇ 40 ਉਹ ਬ੍ਰਹਮ ਗਿਆਨੀ ਸੀ। ਉਹ ਇਹ ਇੱਕ ਸੋਚਣ ਵਾਲੀ, ਵਿਚਾਰ ਵਾਲੀ ਗੱਲ ਹੁੰਦੀ ਆ ਕਿ ਸਿਦਕ ਉਦੋਂ ਡੋਲਦਾ ਜਦੋਂ ਹਿਰਦੇ 'ਚ ਨਾਮ ਦਾ ਵਾਸਾ ਨਹੀਂ। 660 ਜਾਣੇ ਨੇ ਵਿਦਾਵਾ ਦੇਤਾ ਇਸੇ ਕਰਕੇ ਹੀ ਕਿ ਹਲੇ ਨਾਮ ਦਾ ਵਾਸਾ ਨਹੀਂ। ਜੇ ਨਾਮ ਦਾ ਵਾਸਾ ਹੁੰਦਾ ਜਵਾਬ ਨਾ ਦਿੰਦੇ। ਨਾਮ ਦੇ ਹਿਰਦੇ 'ਚ ਵਸਣ ਕਰਕੇ ਸਿੱਖ ਮਰਨੋਂ ਡਰਦਾ ਹੀ ਨਹੀਂ, ਕਿਉਂਕਿ ਉਹਨੂੰ ਪਤਾ ਮਰਨਾ ਜੰਮਣਾ ਵਾਹਿਗੁਰੂ ਦੇ ਹੱਥ ਵੱਸ ਹੀ ਹੈ, ਤੇ ਬੰਦਾ ਕੋਈ ਮੈਨੂੰ ਮਾਰ ਹੀ ਨਹੀਂ ਸਕਦਾ, ਪਾਣੀ ਮੈਨੂੰ ਡੋਬ ਨਹੀਂ ਸਕਦਾ। ਭਾਈ ਵਿਧੀ ਚੰਦ ਇਸੇ ਕਰਕੇ ਤਾਂ ਮੱਚਦੇ ਭੱਠ 'ਚ ਵੜ ਗਏ ਭੱਜ ਕੇ। ਇਧਰੋਂ ਸਤਿਗੁਰਾਂ ਨੇ ਫਿਰ ਨਾਮ ਦੇ ਆਸਰੇ ਕਰਕੇ ਤਾਂ ਕਿਹਾ ਪਾਣੀ ਲਿਆਓ ਮੇਰੇ ਉੱਤੇ, ਪਾਣੀ ਪਾਓ ਲਿਆ ਕੇ। ਭਾਈ ਵਿਧੀ ਚੰਦ ਮੱਚਦੇ ਭੱਠ 'ਚ ਵੜ ਗਿਆ, ਕਿਉਂਕਿ ਰੋਮ ਰੋਮ ਜਾਪ ਚੱਲਦਾ ਸੀ, ਅੱਗ ਨੇ ਸਾੜਨਾ ਹੀ ਨਹੀਂ ਸੀ ਉਹਨੂੰ। ਜਦੋਂ ਤੱਕ ਨਾਲੇ ਮੌਤ ਆਈ ਨਹੀਂ ਹੁੰਦੀ, ਉਦੋਂ ਆਪਾਂ ਨੂੰ ਕੋਈ ਕਿਤੇ ਵੀ ਸੁੱਟ ਦੇਵੇ, ਉਦੋਂ ਤੱਕ ਮੌਤ ਆਉਂਦੀ ਹੀ ਨਹੀਂ, ਕਿਉਂਕਿ ਲਿਖਿਆ ਹੀ ਨਹੀਂ ਹੋਇਆ ਪਰਮਾਤਮਾ ਨੇ ਮਰਨਾ। ਤੇ ਜਦੋਂ ਮੌਤ ਆਉਂਦੀ ਆ, ਉਦੋਂ ਮੰਜੇ ਤੇ ਪਿਆ ਹੀ ਬੰਦਾ ਚੜ੍ਹਾਈ ਕਰ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਤ੍ਰੈ ਗੁਣ ਸਭਾ ਧਾਤ ਹੈ, ਦੂਜਾ ਭਾਉ ਵਿਕਾਰ। ਇਹ ਜਿਹੜੇ ਸਾਰੇ ਜੀਵ ਨੇ ਤ੍ਰਿਗੁਣਾਤਮਕ ਮਾਇਆ ਵਾਲੀ ਦੌੜੇ ਫਿਰਦੇ, ਰਜੋ ਤਮੋ ਸਤੋ ਵੱਲ। ਤ੍ਰਿਗੁਣ ਆਤਮਕ ਸਾਰਾ ਪਰਪੰਚ ਹੀ ਜਿਹੜਾ ਨਾ ਸੰਸਾਰ, ਇਹ ਖਤਮ ਹੋ ਜਾਣ ਵਾਲਾ ਹੈ, ਨਾਸ ਹੋ ਜਾਣ ਵਾਲਾ ਹੈ। ਜਿਵੇਂ ਅੱਜ ਹੀ ਸਾਇੰਸਦਾਨਾਂ ਨੇ ਨਵੀਂ ਚੀਜ਼ ਆ, ਹੁਣ ਫਿਰ ਉਹਨਾਂ ਦੀ ਇੱਕ ਸੂਈ ਜੀ ਹੁੰਦੀ ਆ, ਉਹ 12 ਵਜਣ 'ਚ ਉਹ ਦਿਖਾਉਂਦੇ ਨੇ ਵੀ ਹੁਣ 7 ਮਿੰਟ ਰਹਿ ਗਏ ਨੇ। ਕੋਈ ਉਹਨਾਂ ਦਾ ਸਿਸਟਮ ਜਿਹਾ ਬਣਾਇਆ ਹੋਇਆ। ਉਹ ਸਿਸਟਮ ਦੇ ਮੁਤਾਬਕ ਦੁਨੀਆ ਵਿੱਚ ਪਰਲੋਂ ਆਉਣ ਦਾ ਟਾਈਮ ਹੋਰ ਘਟ ਗਿਆ। ਸਾਇੰਸਦਾਨਾਂ ਨੇ ਸਿੱਧ ਕੀਤਾ। ਵੈਸੇ ਪਰਲੋਂ ਆਉਣ ਦਾ ਟਾਈਮ ਸੀ 1000 ਸਾਲ ਤੱਕ। ਉਹ ਹੁਣ ਕਹਿੰਦੇ ਨੇ, ਸਾਇੰਸ ਕਹਿੰਦੀ ਆ ਵੀ ਸਮਾਂ ਇੰਨੀ ਤਬਦੀਲੀ, ਆ ਮੌਸਮ ਵਿੱਚ ਜਿਹੜੀ ਤਬਦੀਲੀ ਆਈ ਜਾ ਰਹੀ, ਇਹਦੇ ਨਾਲ ਗਲੇਸ਼ੀਅਰ ਪਿਘਲਣ ਦਾ ਟਾਈਮ ਜਿਹੜਾ ਉਹ 800 ਸਾਲ ਹੀ ਬਾਕੀ ਰਹਿ ਗਿਆ, ਉਹ ਘਟ ਗਿਆ ਹੁਣ। ਤੇ ਜੇ ਇਸੇ ਤਰ੍ਹਾਂ ਦੁਨੀਆ ਦੇ ਅੰਦਰ ਗਰਮੀ ਵੱਧਦੀ ਰਹੀ, ਉਹ ਟਾਈਮ ਹੋਰ ਘਟ ਜਾਵੇਗਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰਾ ਪ੍ਰਪੰਚ ਹੀ ਨਾਸ ਹੋ ਜਾਣ ਵਾਲਾ ਹੈ। ਇਹਦੇ ਵਿੱਚ ਦਵੈਤ ਭਾਵ ਇਹੀ ਹੈ ਕਿ ਵਿਕਾਰਾਂ ਦੀ ਉਤਪਤੀ ਕਰਨ ਵਾਲਾ ਜਿਹੜਾ, ਕਿਉਂਕਿ ਦਵੈਤ ਭਾਵ ਕਰਕੇ ਮਨ ਦੇ ਅੰਦਰ ਵਿਕਾਰ ਪੈਦਾ ਹੁੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੰਡਿਤ ਪੜ੍ਹੈ ਬੰਧਨ ਮੋਹ ਬਾਧਾ ਨਹਿ ਬੂਝੈ ਵਿਖਿਆ ਪਿਆਰ। ਹੁਣ ਸਤਿਗੁਰੂ ਮਹਾਰਾਜ ਕਿਸੇ ਦੀ ਨਿੰਦਾ ਨਹੀਂ ਕਰਦੇ, ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਇੱਥੇ ਅਸਲੀਅਤ ਦੱਸੀ ਗੁਰਾਂ ਨੇ ਕਿ ਵੇਦਾਂ ਸ਼ਾਸਤਰਾਂ ਦੇ ਪੜ੍ਹਨ ਵਾਲਾ ਪੰਡਿਤ ਵੀ ਮੋਹ ਦੇ ਬੰਧਨਾਂ 'ਚ ਬੱਧਾ ਹੋਇਆ। ਅਸੀਂ ਨਹੀਂ ਇਹ ਗੱਲ ਪੜ੍ਹ ਕੇ ਅਸੀਂ ਇਉਂ ਖੁਸ਼ ਨਹੀਂ ਹੋਣਾ ਕਿ ਪੰਡਿਤ ਹੀ ਬੰਨਿਆ ਹੋਇਆ।
कोई भी बंदा जो अपने धार्मिक ग्रंथ नूं पढ़दा जे वो किसी भी धर्म का होवे जे वो बंधना में ही पिया होया फिर वो पढ़न का कोई फायदा नहीं। पढ़ पढ़ गड्डी लदी है, पढ़ पढ़ भरीआ साथ, पढ़ पढ़ बेड़ी पाई है, पढ़ पढ़ गड्डिया खात। क्योंकि माया दे प्यार करके परमात्मा नूं समझदा नहीं। महाराज कहने ने विखिया नाल उहदा प्यार होया होया। असल विच गल इह हुंदी है, पंजवें पातशाह कोल जिवें कथावाचक दो आए सीगे तरनताਰਨ साहिब, वो कहण लगे महाराज साडी कथा सुन के संगत बहुत पाठ करन लग पई। महाराज कहने बड़ी चंगी गल है। महाराज कईयां नूं तां प्रकाश भी हो गया, कहने होर चंगी गल है। कहने महाराज जी बहुत ही संगत जिहड़ी है कथा सुन के ना जी बड़ा आत्मक आनंद माण रही, उन्हां दे घरां विच भी बच्चे भी पाठ करन लग पे। कहने बहुत चंगी गल है। कहने फिर तुसीं इह की दस रहे हो? कहने महाराज सानूं दोनां नूं शांति नहीं आई, संगत नूं तां शांति आ गई, असीं तड़फू तड़फू करदे रहने हर टाइम। महाराज सच्चे पातशाह कहने जद कथा सीखण लगे सी अगे बड़े बड़े विद्वानां तो पंडितां तो लोग सिखदे हुंदे सी कथा, ये तो महाराज ने कृपा की फिर गुरसिखां नूं दात दित्ती आ। महाराज कहने जब कथा सीखण लगे सी उदों मन दे अंदर की विचार रखी सी? कहने महाराज घर च गरीबी सी, होर कोई काम आउंदा नहीं सी, जायदाद कोई है नहीं सी भी हल वाह सकदे, इस करके असीं सियाणियां विद्वानां तो कथा सीख ली। असीं कथा करदे सी बड़ी सोहणी, संगत सानूं हौली हौली माया देण लगी, कपड़ा लीड़ा खाना पीना मान इज्जत सत्कार, घर बार सोहणे बन गए, साधन बन गए सारे। महाराज सच्चे पातशाह कहंदे हुण इउं करो जिस निशाने नूं लै के कथा सीखी सी वो निशाना बदल दिओ। हुण सारा कुछ आ गया ना, हुण गरीबी दूर हो गई घर दी। कहंदे हाँ जी। कहंदे हुण परमेश्वर दी प्राप्ति लई कथा करो। ਜਿਹੜੀ कथा संगत नूं सुणाउंदे हो वो अपने ਕੰਨਾਂ ਵਿੱਚ भी सुणो ਅਤੇ संगत कमा के ही शांति प्राप्त करदी। संगत कथा सुन के मन दी कमाउंदी, तुसीं भी कथा नूं सुन के फिर मन्निया ते कमाया करो। इस करके सतगुरु कहंदे पंडा बुद्धि वाला जिहड़ा हुंदा ਉਹਨੂੰ पंडित कहंदे ने। कोई भी पंडा बुद्धि वाला इंसान जिहड़ा बहुत ज़्यादा पढ़ लिख के जे पैसे ਵਿੱਚ ही प्यार आ ਉਹਦਾ ਤਾਂ फिर ਉਹਦਾ कोई फायदा ਤਾਂ ना होया पढ़े दा। विद्या विचारिता परोपकारी। कहते आओ फिर सतगुरु नूं मिलीए आपां। सतगुरु नूं मिल के की मिलेगा जी? सतगुरु मिलिया त्रिकुटी छूटा चौथा पद मुक्त द्वार। कहते सतगुरां नाल मिल के जिहड़ा त्रिकुटी बंदे दी छुट जांदी। किहड़ी? ध्याता ध्यान ते ज्ञाता ज्ञान गे रूप त्रिकुटी छुट जांदी बंदे दी। एक तां ओह मैं जिहनूं ध्याउंदा हां, एक ते मैं आ, एक ओह है, दो हो गए सी। एक मैं जी का ध्यान धरदा, ध्याता ध्यान ते ध्याउण वाला। मेरे अंदर ये वखरेवा है कि मैं उस वाहिगुरू नूं याद करदा। ये जिहड़ा है ना जब हम होते तब तू नाही, अब तू ही मैं नाही च चले जाना। जदों ये त्रिकुटी साडी छुट गई, ज्ञाता ज्ञान गे दी ध्याता ध्यान ते दी अते मुक्ति का दरवाजा जो चौथा तुरिया पद है ਉਹਦੀ प्राप्ति हुंदी। रजो तमो सतो तीन गुणा तो जीव मुक्त हुंदा। भगती तो कोई करदा ही नहीं। आ देखो अपना हुण हाल जिहड़ा इस वक्त हाल है कौम दा, वो क्यों माड़ा? क्यों लोकां अंदर किंतु परंतु तर्का ईरखा द्वैश भरे ही पिया सारा कुछ। वो इसे करके कि सिमरन नाउं दी तां कोई चीज़ लभदी नहीं किते, नितनेम ही नहीं पूरा हो रहा। सिमरन किसी ने की करना? अमृत वेला हरेक ही रोंदा कि अमृत वेले नहीं उठिया जांदा। आते हर वक्त नितनेम करन नूं किसी कोल टाइम, बड़े बिजी हैं जी। तो फिर बनूगा कि जे सारी कौम कम्मां 'च ही बिजी हो गई ना, मेरा ख्याल एक दिन गुरु ग्रंथ साहिब नूं चौर करने वाला ना कोई रहूगा। फिर सारे कम्मां 'च ही लग जिओ। इन्ना ज़्यादा काम नहीं करना आपां ने, इन्ना ज़्यादा पैसा नहीं कमाउणा, इन्नी ज़्यादा आपां हौली हौली महाराज नूं सच्चे पातशाह नूं गुरु घर नूं गुरबाणी नूं नितनेम नूं अमृत नूं तलांजलि दे दित्ती। सारी संगत नूं जे चैक करिए भी किन्नियां दे 5 ककार पाए ने, फिर होर थोड़े निकलणगे। आउंदियां सालां 'च साडी तां गिणती घट जूगी। ਉਹ किन्ने जाणिਆਂ ਨੂੰ 5 ਬਾਣੀਆਂ ਕੰਠ है संगत ਵਿੱਚ, जपजी साहब नहीं कंठ होना ਬਹੁਤਿਆਂ ਨੂੰ। ਤਾਂ ਜਿਹਨੂੰ ਪੁੱਛ ਲਓ ਉਹ ਜੀ ਫਿਰ मैं इधर कई इंग्लिश ही पढ़ते हैं ना जी, असीं फिर पंजाबी नहीं आउंदी, फिर असीं की करिए? पंजाबी नहीं आउंदी, तरना नहीं है। इंग्लिश विच भी जपजी साहब हैगा लिखिया होया, असीं इंग्लिश विच ट्रांसलेशन कराई जपजी साहब दी। वो सीढ़ियां पता नहीं थोड़े कोल इत्थे आईयां कि नहीं,
ਪੰਜਾਂ ਬਾਣੀਆਂ ਦੀ ਟਰਾਂਸਲੇਸ਼ਨ कराई है, ਰਹਿ ਰਾਸ ਕੀਰਤਨ ਸੋਹਲੇ ਦੀ कराई है। इस करके आपां जे इन्हां गल्लां विच पए रहे ना, महाराज कहते भाई नाम तो बिना तर नहीं होना है। हुण बंदा कहे मेरे कोल जहाज की टिकट है, जहाज की टिकट लैके तुसीं एयरपोर्ट ते चले जाओ, कहंदे जहाज ही नहीं आया। टिकट नाल तां नहीं तरना, टिकट ते बह के जाना, किते जहाज ही है नहीं। पानी वाला जहाज ना होवे ते बंदा वो पानी ते तरूगा किवें? सतगुरु महाराज कहने पैसा पदार्थ जिन्ना मर्जी इकट्ठा कर लो, नाम रूपी जहाज तो बिना संसार सागर तर नहीं होना। भावें जिन्ने मर्जी घर बना लो, कारां बना लो, न्याणे पढ़ा लो, सब काम कर लो, ये तां एक छोटा जिहा फर्ज है तुहाडा। इन्हां फर्जां दे नाल आपां संसार सागर तो तर नहीं सकदे। आ हुण एक तरीका दसीदा सारे परिवारां नूं बई 32 माला मूल मंत्र दीयां रोज करनियां, कहंदे बहुत औखीआं। किन्ने जी हो बई? कहंदे 6 जाने हैं, फिर सौखा ही काम है। 6 माला सारे जने रोज कर लो, 36 माला घर च हो गईयां। 6 जपजी साहब कर लो, नहीं तो 6 माला जे मूल मंत्र दीयां करिए, सारा टब्बर मिल के करे, अपना पार उतारा सिर्फ मूल मंत्र वाहिगुरू मंत्र नाल ते गुरबाणी नाल होना, ते उहदा पार उतारा नहीं होना। फिर बहुत ज्यादा आपां दुखी होवांगे इस गल नूं लैके। गुर ते मार्ग पाईआ चूकै मोह गुबार। जे गुरां दे उपदेश नाल ज्ञान ते भगती रूप राह पाईए ना, उहदे उत्ते तुरीए, तां मोह गुबार हुंदा घुप गाढ़ा हनेरा अज्ञानता दा। इस वक्त जिहड़े अपने पंथ विच सिरमौर बहुत ज्यादा तकड़े अभ्यासी बैठे ने, जिन्हां नूं त्रिकालदर्शी कहा जा सकदा, सब कुछ दिख ही जांदा उन्हां नूं, पर देखो उन्हां दे देखदिआं देखदिआं दुनिया डुब रही है। उन्हां दे देखदिआं देखदिआं बंदे सारे डुब रहे ने। जे उन्हां नूं कहिए कुछ करो, कहंदे की कर सकदे हैं? निरंकार दा हुक्म ही नहीं, परमात्मा दा हुक्म नहीं, शक्ति दिखाउणी नहीं कोई, ते इन्हां नूं सही राह कौन लाऊगा? हरेक बंदा गलत मार्ग उत्ते चलिया। और सिੱਖਿਆ ਉਹ कलयुग ऐसा है कि सिੱਖਿਆ उल्टी आके सानू दिंदे आ गल नहीं कहनी सी, आ गल ठीक नहीं है, फलाने का नाम क्यों लेता कथा च, अवतार किसी का नाम लै दईए, उत्थे ही पता नहीं की हो जाता, विंग बल खा के थले डिग पैंदे, ਉਹਦਾ नाम क्यों लैता? गुरु ग्रंथ साहिब दे विच तां सारिआं दा नाम लिया होया, जे कथावाचक कह देवे फिर उत्थे ही धुआं चढ़ जाता, पता नहीं की हो जाता। फिर इस करके इन्हां ध्यान करना कि सारिआं विच वाहिगुरू दी जोत है, ਜਿਹੜੀ अपनी गुरु ग्रंथ साहिब ਦੇ ਵਿੱਚ ਰੀਤੀ ਲਿਖੀ ਹੋਈ ਆ, ਆਪਾਂ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਣਾ, ਨਾ ਕਿ ਆਪਾਂ ਆਪਣੀ ਸੋਚ ਮੁਤਾਬਕ ਚੱਲਣਾ। ਜਿਹੜੀ ਸਾਡੀ ਆਪਣੀ ਸੋਚ ਹੈ ਨਾ, ਇਹਨੂੰ ਇੱਕ ਪਾਸੇ ਰੱਖ ਕੇ ਗੁਰਮਤੀਏ ਬਣ ਕੇ ਗੁਰੂ ਦੀ ਮੱਤ ਲੈ ਕੇ ਤੁਰੀਏ ਆਪਾਂ। ਸਤਿਗੁਰੂ ਮਹਾਰਾਜ ਨਿਰਵੈਰ ਪੁਰਖ, ਸਤਿਗੁਰੂ ਨਿਰਵੈਰ ਨੇ। ਗੁਰੂ ਗ੍ਰੰਥ ਸਾਹਿਬ ਕਿਸੇ ਨਾਲ ਵੈਰ ਨਹੀਂ ਕਰਦੇ, 10 ਸਰੂਪਾਂ ਨੇ ਵੈਰ ਨਹੀਂ ਕੀਤਾ। 6ਵੇਂ ਪਾਤਸ਼ਾਹ ਨੇ ਜਦ ਜੰਗ ਕੀਤੇ ਨੇ 4, 1,57,000 ਤੁਰਕ ਮਾਰਿਆ। ਬੇਸ਼ੱਕ ਸਵੇਰੇ ਜੰਗ ਸ਼ੁਰੂ ਕਰਦੇ ਸੀ ਮਹਾਰਾਜ, ਸ਼ਾਮ ਨੂੰ ਜੰਗ ਕਰਕੇ ਦੇਖ ਲਓ ਬਈ, ਸਾਰੇ ਤੁਰਕ ਟੋਆ ਪੱਟ ਕੇ ਦੱਬ ਕੇ ਉੱਤੇ ਥੜਾ ਬਣਾ ਕੇ ਉੱਤੇ ਬਹਿ ਕੇ ਰਹਿ ਰਾਸ ਪੜੀ, 4 ਵਾਰੀ ਹੋਈ। ਮਹਾਰਾਜ ਇਹ ਰਹਿ ਰਾਸ ਉੱਤੇ ਪੜੀ, ਕਹਿੰਦੇ ਇਹਨਾਂ ਦਾ ਵੀ ਭਲਾ ਕਰ ਦਈਏ। ਹੁਣ ਕਹਿੰਦੇ ਮੇਰਾ ਇਹਨਾਂ ਨਾਲ ਕੋਈ ਵੈਰ ਥੋੜੀ ਸੀ, ਇਹ ਤਾਂ ਆਪਾਂ ਜ਼ੁਲਮ ਦਾ ਨਾਸ਼ ਕਰਨਾ, ਬੰਦਿਆਂ ਦਾ ਨਹੀਂ। ਹੁਣ ਇਹ ਜ਼ੁਲਮੀ ਬੰਦੇ ਨੇ, ਪਿੱਛੋਂ ਹੁਕਮ ਹੋਇਆ ਇਹਨਾਂ ਨੂੰ, ਇਹ ਜ਼ੁਲਮ ਕਰਨ ਆਏ ਨੇ, ਸਾਡੇ ਨਾਲ ਟੱਕਰ ਲੈਂਦੇ ਨੇ। ਸਤਿਗੁਰੂ ਨੇ 7,000 ਪਹਿਲੀ ਵਾਰੀ ਮਾਰ ਕੇ ਉੱਤੇ ਬਹਿ ਕੇ ਰਹਿ ਰਾਸ ਪੜੀ, ਫਿਰ 14,000 ਮਾਰਿਆ, ਫੇਰ ਰਹਿ ਰਾਸ ਪੜੀ। ਮਹਾਰਾਜ ਕੇ 35,000 ਮਾਰ ਕੇ ਫੇਰ ਰਹਿ ਰਾਸ ਪੜੀ। ਕਰਤਾਰਪੁਰ ਸਾਹਿਬ 90-95,000 ਮਾਰ ਕੇ ਫੇਰ ਰਹਿ ਰਾਸ ਉੱਤੇ ਬੈਠ ਕੇ ਪੜ ਕੇ ਸਾਰਿਆਂ ਦਾ ਭਲਾ ਕੀਤਾ। ਸਤਿਗੁਰੂ ਜੀ ਨੂੰ ਤੀਰ ਮਾਰ ਦਿੰਦੇ ਸੀ, ਉਹਨੂੰ ਵੀ ਭਲਾ ਕਰ ਦਿੰਦੇ ਸੀ। ਸਤਿਗੁਰੂ ਤਾਂ ਪੈਂਡੇ ਨੂੰ ਕਹਿੰਦੇ, ਪੈਂਡਿਆ ਪੜ ਕਲਮਾ, ਬਹਿਸ਼ਤਾਂ ਨੂੰ ਭੇਜ ਰਹੇ ਤੈਨੂੰ। ਨਾਲੇ ਇੰਨਾ ਪੈਂਡੇ ਖਾਂ ਮਹਾਰਾਜ ਸੱਚੇ ਪਾਤਸ਼ਾਹ ਨਾਲ ਕੱਟੜ ਵਿਰੋਧੀ ਹੋ ਗਿਆ ਸੀ। ਜਦ ਉੱਪਰੋਂ ਲਿਆ ਕੇ ਸ੍ਰੀ ਸਾਹਿਬ ਜ਼ੋਰ ਨਾਲ ਮਾਰਨ ਲੱਗੇ, ਪੜ ਕਲਮਾ, ਕਹਿੰਦੇ ਮਹਾਰਾਜ ਤੁਹਾਡੀ ਸ੍ਰੀ ਸਾਹਿਬ ਹੀ ਮੇਰਾ ਕਲਮਾ, ਹੁਣ ਨਹੀਂ ਕਲਮਾ ਪੜਨਾ, ਤੁਸੀਂ ਤਾਰਨਾ ਮੈਨੂੰ। ਮਰਨ ਵੇਲੇ ਸੋਝੀ ਹੋ ਗਈ ਉਹਨੂੰ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਜਫਰਨਾਮੇ 'ਚ ਲਿਖਿਆ ਔਰੰਗਜ਼ੇਬ ਨੂੰ, ਕਹਿੰਦੇ ਜੇ ਤੇਰਾ ਖਵਾਜਾ ਮਰਦੂਦ ਜਿਹੜਾ ਤੂੰ ਦਿੱਲੀੋਂ ਭੇਜਿਆ ਸੀ 10 ਲੱਖ ਫੌਜ ਦੇ ਕੇ, ਕਹਿੰਦੇ ਉਹ ਚਮਕੌਰ ਦੀ ਗੜੀ ਦੇ ਬਿਲਕੁਲ ਨੇੜੇ ਆ ਗਿਆ ਤੇ ਕੰਧ ਦੇ ਉੱਲੇ ਗੀਦੀ, ਕਹਿੰਦੇ ਐਸਾ ਗਿੱਦੜ ਦੇਖਿਆ, ਕੰਧ ਦੇ ਉੱਲੇ ਛੁਪ ਗਿਆ ਆ ਕੇ। ਕਹਿੰਦੇ ਇੱਕ ਤੇਰਾ ਜਰਨੈਲ ਬਹੁਤ ਵਧੀਆ ਸੀ ਜਿਹੜਾ ਸਾਹਮਣੇ ਆ ਕੇ ਲੜਿਆ, ਮੈਂ ਇੱਕ ਤੀਰ ਬਖਸ਼ਿਆ ਤੇ ਉਹਨੂੰ ਬਹਿਸ਼ਤਾਂ ਨੂੰ ਭੇਜਦਾ ਮੈਂ। 10ਵੇਂ ਪਾਤਸ਼ਾਹ ਦੇ ਹੱਥੋਂ ਜਿਹਨੂੰ ਤੀਰ ਵੱਜਿਆ ਉਹ ਕਦੇ ਨਰਕਾਂ ਨੂੰ ਨਹੀਂ ਜਾਂਦਾ। ਇਹ ਧਿਆਨ ਰੱਖਿਆ ਆਪਾਂ ਨੇ, ਇਸ ਗੱਲ ਦਾ। ਸਤਿਗੁਰੂ ਨਿਰਵੈਰ ਨੇ,
सिख दा दाइया बहुत उपर है। आपां ईरखा द्वैश विच रह के नहीं लड़दे। मुख में हर चित्त में युद्ध विचार है। जदों आनंदपुर साहिब दा जंग हो रहा सी ना, 10 लाख का घेरा सी, जिन्ने घेरे पे आनंदपुर साहिब नूं, महाराज 10वें पातशाह ने सिंह की करदे, तीर चलाउण वेले गाल कढ़ दिंदे सी। कई बारी गोली चलाउणी, गाल कढ़ देनी। महाराज सच्चे पातशाह पिछे खड़ के कहंदे, भाई खालसा जी ये नहीं करना, जदों गोली तीर चलाओ वाहिगुरू कहो वाहिगुरू। महाराज की सारी फौज नाल सिमरन करदी सी ते नाल गोली तीर चलाउंदी सी। अपना वैर नहीं किसे नाल। मुख में हर चित्त में युद्ध विचार है, मूँह विच वाहिगुरू कहो। इस करके सतगुरु महाराज कहते आपां तरना है संसार नूं, एक आपां नवीं जुगती देनी है। साडी किसे नाल दुश्मनी नहीं, साडा वैर नहीं किसे नाल। साडा वैर की नाल? जुल्म दे नाल। जुल्मी बंदियां नूं सतगुरु ने तो देखो, जे लड़ाई तो बिना ही सैद खां उतरिया ते चरण पकड़ ले, वो निगाह नाल ही तारता महाराज ने। सतगुरु चाहण निगाह नाल भी तार सकते हैं। इस करके सिख दे विच यही एक चीज वड्डी आ कि निर्वैर हो के, निर्वैरता विच आके उपर उठ के फिर अपना कर्म करदा सिख। साडा किसी नाल वैर ही नहीं गा। असीं तां सिर्फ अपनी सेफ साइड लई शस्त्र रखे। महाराज कहंदे असीं कदे किसी ते वार नहीं करते। 10वें पातशाह महाराज ने जिन्ने जंग कीते, जे 14 जंग कीते, तुसीं ये दस दिओ, जां महाराज ने 6वें पातशाह ने 4 जंग कीते ने, तुसीं ये कह दो भी 6वें पातशाह लाहौर ते चढ़ के गए सी, जां 10वें पातशाह ने दिल्ली ते चढ़ाई कीती सी। नहीं, उत्थे ही चढ़ के आया सी अगला। असीं तां सिर्फ अपनी सेफ्टी कीती सी, अपनी बचाव करना। वर्ल्ड दे विच कानून है कि हर बंदा अपना बचाव लई अपने को शस्त्र रख सकदा। असीं अपने बचाव लई श्री साहब अपने को रखते हैं। असीं कोई जुल्म वास्ते नहीं रखी हुई श्री साहब। इस करके सतगुरु महाराज के सिद्धांत नूं समझ के निर्वैरता के रस्ते ते चल के, ईरखा द्वैश तो बिना होके उपर उठ के फिर देखो भगती करनी आपां ने। जे सतगुरु महाराज सच्चे पातशाह ने जंग जित्तिया महाराज दा, उस वक्त देख लो 100 तुरक रह गया, बाकी सारे सिंह 100 तुरकां दे मगर मगर ते वो सारे अगे अगे घोड़ियां ते घोड़े भजा के, कोई पैदल। महाराज कहने भाई विधि चंद ये की हो रहा? कहने क्यों महाराज? कहने आपां ऐ नहीं करना है, सारे सिंघां नूं मोड़ के लियाओ वापस। गुरसिख जिहड़े मोड़ के लिआंदे, कहने तुहानूं किहने कहा सी भज्जे जांदे दे मगर जाना? जे सकता सकते को मारे ता मन रोस ना होई। बराबर दी बराबर जंग हुंदी है। आपां ऐ नहीं करना कि बीबियां ते वार कर दिओ, बच्चों ते वार कर दिओ, बुढ़ियां ते वार कर दिओ, बीमार ते वार कर दिओ, भज्जे जांदे ते नहीं। ये सारे गुरु साहब ने मना कीते ने। इस करके सतगुरु महाराज सच्चे पातशाह कहते जे कोई कहे मैं जी जंग करना, सतगुरु ने जी आया न भाई, जिवें तू इच्छा लैके आया, मैं तो जी थोड़े चरनी पैना जी। कहते चंगा भाई चरनी पैना, फिर नाम जप। इस करके सतगुरु के सिद्धांत नूं समझ के चलो। ना तो असीं किसी नाल वैर करते हैं, ना ईरखा करते हैं। महाराज दे लंगर विच कई बारी देखा आनंदपुर साहब जंग चलदी च, जे लंगर च पहाड़ियां दे लोग आके सिपाही लंगर च बह जांदे जी, भुख लगी है, कहते छकाओ भी प्रशादा इन्हां नूं भी। लंगर च साडा किसी नाल वैर नहीं, ठीक है, जंग च जंग करांगे तुहाडे नाल। इस करके जिहड़ा साडा महाराज सच्चे पातशाह सिद्धांत बख्शिया, गुर ते मार्ग पाइया चूकै मोह गुबार, ज्ञानता दा हनेरा दूर करके आपां चलना। शब्द मरै तां उधरै पाए मोख द्वार। गुरां दे उपदेश द्वारा जीवित भाव तो मर के मुक्ति का दरवाजा किहड़ा ज्ञान, उहदी प्राप्ति करे तां संसार समुंदर तो तर सकदा है। क्योंकि जे आपां ये देखिए महाराज पंजवें पातशाह ने सिद्धांत की दिता, जब लग जाना बैरी मीत तब लग नेचल नाही चीत। जदों आपां किसी नूं जाणांगे मेरा बैरी है मेरा मित्र है, उदों मन टिकदा नहीं। 10वें पातशाह तां इत्थों तक भी लिखिया, संगत भरी विच देग वरताउणी है, छांदा इक्को जिहा रखना। ये कहो भी आ मैनूं जाणदा, इहनूं मैं ज़्यादा दे दियां, और मेरा रिश्तेदार आ उहनूं ज़्यादा दे दियां। कहने जिहड़ा छांदा वध घट वरताऊ उहदा मन कदे भी नहीं टिकूगा। रहतनामे च चीज़ां लिखियां होईयां ने, पर रहतनामे तो आपां कदे पढ़े नहीं ना है भी रहतनामे च लिखिया की होया। गुर प्रसादी मिल रहा सच नाम करतार। कहते गुरु कृपा वाले बंदे नूं वाहिगुरू दा नाम मिल जाता, वो नाम दे विच मिले हुए ने, लीन होए हुए ने। जिहदा करतार दा नाम सच्चा, सच्चे नाम दे विच हमेशा लीन होके रहो।
ਇਹੋ ਮਨੁਆਤ ਸਬਲ ਹੈ ਛੱਡੇ ਨਾ ਕਿਤੈ ਉਪਾਏ। ਇਹ ਚੰਚਲ ਮਨ ਬਹੁਤਾ ਜ਼ਿਆਦਾ ਬਲ ਵਾਲਾ, ਕਹਿੰਦੇ ਸਬਲ ਮਨ ਨੂੰ ਜਿਵੇਂ ਸੱਬਲ ਹੁੰਦੀ ਸੱਬਲ ਐ ਦੁੱਖ ਦਿੰਦਾ, ਕਿਸੇ ਯਤਨ ਨਾਲ ਵੀ ਇਹ ਮਨ ਜੀਵ ਨੂੰ ਛੱਡਦਾ ਨਹੀਂ। ਇਹ ਮਨੁਆ ਸਬਲ ਬਹੁਤਾ ਜ਼ਿਆਦਾ ਤਕੜਾ। ਸਾ ਬਲ, ਬਲ ਹੁੰਦਾ ਤਾਕਤ, ਸਹਿਤ ਬਲ ਦੇ ਹੈ ਮਨੁਆ। ਮਨੁਆ ਜਦੋਂ ਵਿਗੜੇ ਹੋਏ ਨੂੰ ਕਹਿੰਦੇ ਨੇ, ਮਨ ਵਿਗੜੇ ਹੋਏ ਦਾ ਨਾਮ ਹੈ ਮਨੁਆ। ਇਸ ਕਰਕੇ ਵਿਗੜਿਆ ਹੋਇਆ ਮਨ ਤਾਕਤ ਵਾਲਾ ਬਹੁਤ ਜ਼ਿਆਦਾ ਹੈ। ਮੱਲੋ ਜੋਰੀ ਖਿੱਚ ਕੇ ਲੈ ਜਾਂਦਾ ਧੱਕੇ ਨਾਲ ਹੀ ਮਾੜੇ ਪਾਸੇ ਨੂੰ। ਅੰਦਰੋਂ ਤਾਂ ਨਹੀਂ ਕਹਿੰਦਾ ਮੇਰਾ ਜੀ ਕਰਦਾ, ਮੇਰੀ ਆਤਮਾ ਤਾਂ ਨਹੀਂ ਮੰਨਦੀ। ਫੇਰ ਕਹਿੰਦੇ ਉਧਰ ਗਿਆ ਕਿਉਂ? ਕਹਿੰਦੇ ਬਸ ਧੱਕੇ ਨਾਲ ਹੀ ਮਨ ਉਧਰ ਲੈ ਗਿਆ ਖਿੱਚ ਕੇ। ਆਤਮਾ 'ਚ ਆਵਾਜ਼ ਆਉਂਦੀ ਹੈ ਮਾੜਾ ਕੰਮ ਨਾ ਕਰ, ਮਾੜਾ ਕੰਮ ਨਾ ਕਰ, ਪਰ ਮਨ ਕਹਿੰਦਾ ਕਰ ਕਰ, ਕਿਉਂਕਿ ਮਨ ਨੇ ਜ਼ੁਬਾਨ ਨਾਲ ਸਵਾਲ ਲੈਣਾ, ਅੱਖਾਂ ਨਾਲ ਸਵਾਲ ਲੈਣਾ, ਕੰਨਾਂ ਨਾਲ ਸਵਾਦ ਲੈਣਾ। ਗੁਰੂ ਦਾ ਹੁਕਮ ਅੰਦਰ ਆਤਮਾ ਪੁਕਾਰਦੀ, ਨਿੰਦਾ ਨਹੀਂ ਸੁਣਨੀ। ਅੰਦਰੋਂ ਆਤਮਾ 'ਚ ਆਵਾਜ਼ ਆਉਂਦੀ, ਪਰ ਮਨ ਕਹਿੰਦਾ ਨਹੀਂ, ਨਿੰਦਾ 'ਚ ਹੀ ਸਵਾਦ ਆਉਂਦਾ ਮੈਨੂੰ ਤਾਂ। ਗੁਰੂ ਦੀ ਆਵਾਜ਼ ਆਉਂਦੀ ਅੰਦਰੋਂ, ਦਿਲਾਂ ਕਾ ਮਾਲਕ ਕਰੇ ਹਾਕ। ਗੁਰਬਾਣੀ ਅੰਦਰ ਹਰ ਪੰਕਤੀ ਲਿਖੀ ਹੋਈ ਹੈ, ਦਿਲਾਂ ਕਾ ਮਾਲਕ ਅੰਦਰੋਂ ਆਵਾਜ਼ ਦਿੰਦਾ, ਹਾਕ ਮਾਰਦਾ, ਉਹ ਭਾਈ ਕਿੱਧਰ ਦੇਖ ਰਿਹਾ? ਪਰ ਮਨ ਕਹਿੰਦਾ ਮੈਂ ਤਾਂ ਦੇਖਣਾ। ਉਹ ਭਾਈ ਕੀ ਖਾ ਰਿਹਾ ਤੂੰ? ਇਹ ਗੁਰਮਤ ਨਹੀਂ ਹੈਗੀ। ਕਹਿੰਦਾ ਜੀ ਜ਼ਬਾਨ ਦੇ ਸਵਾਦ ਵਾਸਤੇ ਕੀ ਕਰੀਏ, ਖਾਣਾ ਹੀ ਪੈਂਦਾ। ਆਤਮਾ ਦੀ ਆਵਾਜ਼ ਸੁਣੋ ਜੇ ਸੁਣਨੀ ਹੈ, ਮਨ ਦੀ ਆਵਾਜ਼ ਨਾ ਸੁਣੋ, ਕਿਉਂਕਿ ਮਨ ਨੇ ਸਾਨੂੰ ਹਮੇਸ਼ਾ ਹੀ ਗਲਤ ਸਿੱਖਿਆ ਦੇਣੀ ਹੈ। ਆਤਮਾ ਜਿਹੜੀ ਸਾਡੇ ਅੰਦਰ ਹੈ ਨਾ, ਜੀਵ ਆਤਮਾ ਗੁਰਾਂ ਨੇ ਬਖਸ਼ਿਸ਼ ਕੀਤੀ ਹੋਈ ਹੈ। ਆਤਮਾ ਤੇ ਪ੍ਰਮਾਤਮਾ ਦਾ ਮਿਲਾਪ ਆਪਸ ਵਿੱਚ ਆਪਾਂ ਕਰਾਉਣਾ ਹੈ। ਦੂਜਾ ਭਾਏ ਦੁੱਖ ਲਾਇਂਦਾ ਬਹੁਤੀ ਦੇਸ ਜਾਏ। ਦਵੈਤ ਭਾਵ ਵਾਲਿਆਂ ਨੂੰ ਇਹ ਮਨ ਦੁੱਖ ਲਾਉਂਦਾ, ਦਵੈਸ਼ ਭਾਵ ਵਾਲਿਆਂ ਨੂੰ ਜਮ ਵੀ ਬਹੁਤੀ ਸਜ਼ਾ ਦਿੰਦਾ। ਫਿਰ ਮਹਾਰਾਜ ਬਚੀਏ ਕਿਵੇਂ? ਨਾਨਕ ਨਾਮ ਲੱਗੇ ਸੇ ਉਬਰੇ, ਹਉਮੈ ਸ਼ਬਦ ਗਵਾਏ। ਮਹਾਰਾਜ ਕਹਿੰਦੇ ਗੁਰ ਸ਼ਬਦ ਦੁਆਰਾ ਨਾ ਹਉਮੈ ਨੂੰ ਪਹਿਲਾਂ ਗਵਾਵੇ, ਕਿਉਂਕਿ ਸ਼ਬਦ ਵਿੱਚ ਇੰਨੀ ਪਾਵਰ ਹੈ, ਜਿਵੇਂ ਸੂਰਜ ਚੜ੍ਹਦੇ ਹੀ ਹਨੇਰਾ ਦੌੜ ਜਾਂਦਾ ਨਾ, ਸ਼ਬਦ ਵਿੱਚ ਇੰਨੀ ਤਾਕਤ ਹੈ ਕਿ ਸ਼ਬਦ ਦਾ ਅਭਿਆਸ ਕਰਦਿਆਂ ਕਰਦਿਆਂ ਹਿਰਦੇ 'ਚੋਂ ਗਿਆਨ ਪ੍ਰਕਾਸ਼ ਹੋ ਜਾਂਦਾ ਤੇ ਅਗਿਆਨਤਾ ਦੂਰ ਹੋ ਜਾਂਦੀ ਹੈ। ਉਹ ਜਮਾਂ ਦੀ ਤਾੜਨਾ ਤੋਂ ਬੰਦੇ ਬਚ ਗਏ ਨੇ। ਇਸ ਕਰਕੇ ਇਹੀ ਬੇਨਤੀ ਸਾਰੀ ਸੰਗਤ ਨੂੰ ਹੈ, ਦੇਖੋ ਜਿੰਨਾ ਮਰਜ਼ੀ ਤੁਸੀਂ ਕੋਸ਼ਿਸ਼ ਕਰਕੇ ਆਪਣਾ ਟਾਈਮ ਖਿੱਚ ਤੁੱਪ ਕੇ ਕੱਢ ਕੇ ਸਿਮਰਨ ਵਾਹਿਗੁਰੂ ਮੰਤਰ ਦਾ 1 ਘੰਟਾ ਤੇ ਨਿਤਨੇਮ ਸਵੇਰੇ ਸ਼ਾਮ ਦਾ ਜ਼ਰੂਰ ਕਰੋ। ਮੂਲ ਮੰਤਰ ਦਾ ਅਭਿਆਸ ਕਰੋ। ਜਿਹੇ ਜਿਹੇ ਅੱਜ ਸਾਇੰਸ ਨੇ ਸਾਨੂੰ ਸਾਧਨ ਦਿੱਤੇ ਨੇ, ਬਹੁਤ ਵਧੀਆ ਸਾਧਨ ਹੈ। ਆ ਇੰਟਰਨੈਟ ਤਾਂ ਹੁਣ ਮੋਬਾਈਲ ਫੋਨ ਤੇ ਵੀ ਆ ਗਿਆ। ਬੜੇ ਲੋਕ ਇੱਥੇ ਮਿਲਦੇ ਹੋ ਇੰਟਰਨੈਟ ਮੋਬਾਈਲ ਦੇ ਉੱਤੇ ਔਨ ਕਰਕੇ ਕੰਨ 'ਚ ਕਥਾ ਸੁਣ ਰਹੇ ਨੇ, ਨਾਲ ਆਪਣਾ ਕੰਮ ਕਰੀ ਜਾ ਰਹੇ ਨੇ। ਮੋਬਾਈਲ ਦੇ ਵਿੱਚ 4-4 ਘੰਟੇ 5-5 ਘੰਟੇ ਚਿੱਪ ਜੀ ਪਾ ਕੇ 10-10 ਘੰਟੇ ਦੀ ਕਥਾ ਰਿਕਾਰਡ ਕਰੀ ਫਿਰਦੇ ਨੇ, ਨਿਤਨੇਮ ਰਿਕਾਰਡ ਕਰੀ ਫਿਰਦੇ ਨੇ। ਉਹ ਆਪਣੇ ਕੰਨਾਂ 'ਚ ਲਾਇਆ ਹੋਇਆ। ਮੋਬਾਈਲ ਤੋਂ ਕੰਮ ਲਓ, ਵਧੀਆ ਕੰਮ ਲਓ, ਇਹ ਤੋਂ ਮਾੜਾ ਨਾ ਲਓ। ਫਿਰ ਸਾਡੇ ਕੋਲ ਵਾਕਮੈਨ ਨੇ, ਇਹ ਜੋ MP3 CD ਚੱਲ ਪੈਂਦੀ ਹੈ। ਹੁਣ ਇੱਕ ਹੋਰ ਹੀ ਆਈਪੌਡ ਜਿਹਾ ਆਇਆ ਨਵਾਂ, ਉਹ 'ਚ 3-3 ਹਜ਼ਾਰ ਘੰਟੇ ਦੀ ਨਾਲ MP3 ਕਥਾ ਨਾਲ 80 ਮੂਵੀਆਂ ਪੈਂਦੀਆਂ। ਕਹਿੰਦੇ ਹੁਣ ਮੂਵੀ ਜੇ ਗੰਦੀ ਪਾ ਲਓਗੇ ਫਿਰ ਅਸੀਂ ਕੀ ਕਰਾਂਗੇ? ਇਹ ਤਾਂ ਡੁੱਬਣਾ ਹੀ ਆ। ਮੂਵੀਆਂ ਪਾਓ ਸਾਰੇ ਗੁਰੂ ਘਰ ਦੀਆਂ, ਮੂਵੀਆਂ ਪਾਓ ਚੰਗੀਆਂ ਚੰਗੀਆਂ ਮੂਵੀਆਂ ਆਪਾਂ ਇੱਥੇ ਬਣਾਵਾਂਗੇ, ਜਿਵੇਂ ਕਥਾ ਦੀ ਵਿੱਚ ਗੁਰੂ ਸਾਹਿਬ ਦੇ ਸਾਰੇ ਜੀਵਨ ਦੇ ਚਿੱਤਰ। ਹੁਣ ਇਹ ਚੀਜ਼ਾਂ ਬਣਾਉਣ ਪ੍ਰੋਜੈਕਟ ਹੁੰਦਾ ਕਿ ਟਾਈਮ ਤਾਂ ਲੱਗ ਹੀ ਜਾਂਦਾ, ਇੱਕਦਮ ਤਾਂ ਖੈਰ ਨਹੀਂ ਬਣਾ ਸਕਦੇ, ਕੋਸ਼ਿਸ਼ ਕਰਦੇ ਆਂ ਬਈ ਸੰਗਤ ਲਈ ਚੰਗੀ ਤੋਂ ਚੰਗੀ ਚੀਜ਼ ਐਸੀ ਦਿਹਾਈਏ ਜਿਹੜੇ ਸਾਡੇ ਭਲੇ ਦੀ ਚੀਜ਼ ਹੋਵੇ, ਮਾੜੀ ਚੀਜ਼ ਨਾ ਵਰਤੀਏ। ਆਪਾਂ ਅੱਜ ਦੇ ਯੁੱਗ ਵਿੱਚ ਸਾਇੰਸ ਕੋਲੋਂ ਬਹੁਤ ਕੁਝ ਲੈ ਸਕਦੇ ਆਂ। ਇੰਟਰਨੈਟ ਦੇ ਉੱਤੇ ਆਪਾਂ ਪ੍ਰਚਾਰ ਕਰ ਰਹੇ ਹਾਂ ਕਿ ਸਾਇੰਸ ਹੀ ਹੈ। ਸਾਇੰਸ ਪਹਿਲਾਂ ਅਗਿਆਨਤਾ ਵੰਡੀ ਇਹਨੇ ਬਹੁਤ ਜ਼ਿਆਦਾ ਟੀਵੀ ਦੇ ਰਾਹੀਂ, ਇੰਟਰਨੈਟ ਤੇ ਵੀ ਅਗਿਆਨਤਾ ਤਾਂ ਬਹੁਤ ਹੈ, ਪਰ ਜੇ ਚਾਹੀਏ ਤਾਂ ਸਾਇੰਸ ਦੇ ਰਾਹੀਂ ਆਪਾਂ ਗਿਆਨ ਵੀ ਬਹੁਤ ਲੈ ਸਕਦੇ ਹਾਂ। ਬੰਦੇ ਨੇ ਸੰਸਾਰ ਦੇ ਅੰਦਰ ਰਹਿ ਕੇ ਸਾਇੰਸ ਤੋਂ ਜੇ ਗਿਆਨ ਲਿਆ ਹੁੰਦਾ ਬਹੁਤ ਕੁਝ ਮਿਲ ਸਕਦਾ ਸੀ।